ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 18 ਹੈ। ਅਸੀਂ ਦੋ ਵੇਰੀਏਬਲਸ ਦੇ ਮੈਕਸਿਮਾ ਅਤੇ ਮਿਨੀਮਾ ਫੰਕਸ਼ਨ ਦੇ ਬਾਰੇ ਗੱਲ ਕਰਾਂਗੇ। ਖਾਸ ਤੌਰ ਤੇ ਅੱਜ ਅਸੀਂ ਸਫੀਸ਼ੀਐਂਟ ਕੰਡੀਸ਼ਨਸ ਦੇ ਬਾਰੇ ਗੱਲ ਕਰਾਂਗੇ ਜਿਸ ਦਾ ਉਪਯੋਗ ਕ੍ਰਿਟੀਕਲ ਪੁਆਇੰਟਸ ਪ੍ਰਾਪਤ ਕਰਨ ਜਾਂ ਪੁਆਇੰਟ ਦੇ ਕੈਰੇਕਟਰਾਈਜ਼ਿੰਗ ਲਈ ਹੋਵੇਗਾ, ਚਾਹੇ ਇਹ ਪੁਆਇੰਟ ਆਫ ਲੋਕਲ ਮੈਕਸਿਮਮ ਜਾਂ ਲੋਕਲ ਮਿਨੀਮਮ ਜਾਂ ਇਹ ਇੱਕ ਸੈਡਲ ਪੁਆਇੰਟ ਹੈ। ਪਿਛਲੇ ਲੈਕਚਰ ਦੇ ਵਿੱਚ ਅਸੀਂ ਦੇਖਿਆ ਹੈ ਕਿ ਪੁਆਇੰਟ A, B ਲੋਕਲ ਐਕਸਟ੍ਰੀਮਾ ਦਾ ਪੁਆਇੰਟ ਹੋਵੇਗਾ ਜੇਕਰ A ਡੈਲਟਾ F ਜੋ ਕਿ ਇਸ A, B ਦੇ ਨੇਬਰਹੁੱਡ ਪੁਆਇੰਟਸ ਤੇ ਫੰਕਸ਼ਨ ਦੀ ਵੈਲਿਊ ਦੇ ਵਿੱਚ ਡਿਫਰੈਂਸ ਹੈ ਅਤੇ ਮਾਈਨਸ A, B ਪੁਆਇੰਟ ਤੇ ਫੰਕਸ਼ਨ ਵੈਲਿਊ ਜੇਕਰ ਇਹ ਉਚਿਤ ਤਰੀਕੇ ਨਾਲ ਛੋਟੇ h ਅਤੇ k ਲਈ ਆਪਣਾ ਸਾਈਨ ਨਹੀਂ ਬਦਲਦਾ ਹੈ। ਫਿਰ ਅਸੀਂ ਇਸ ਨੂੰ ਕਹਿੰਦੇ ਹਾਂ ਕਿ ਇਸ ਵਿੱਚ ਲੋਕਲ ਮੈਕਸਿਮਾ ਜਾਂ ਲੋਕਲ ਮਿਨੀਮਾ ਹੈ, ਲੇਕਿਨ ਜੇਕਰ ਇਹ ਆਪਣਾ ਸਾਈਨ ਬਦਲਦਾ ਹੈ ਤਾਂ ਇਸ ਦਾ ਅਰਥ ਹੈ ਕਿ ਪੁਆਇੰਟ ਇੱਕ ਸੈਡਲ ਪੁਆਇੰਟ ਹੈ। ਉਸ ਕੇਸ ਵਿੱਚ ਅਸੀਂ ਇਸ ਡੈਲਟਾ F ਦਾ ਬਿਹੇਵੀਅਰ ਪਤਾ ਕਰਨ ਜਾਂ ਇਸ ਡੈਲਟਾ F ਦਾ ਸਾਈਨ ਪਤਾ ਦੀ ਕੋਸ਼ਿਸ਼ ਕਰਦੇ ਹਾਂ ਜੋ ਤੁਸੀਂ ਇਸ ਫੰਕਸ਼ਨ f a ਪਲਸ h ਅਤੇ b ਪਲਸ k ਹੈ ਅਤੇ ਇਸ a, b ਪੁਆਇੰਟ ਦੇ ਆਸ-ਪਾਸ ਹੈ ਦੀ ਟੇਲਰ ਸੀਰੀਜ਼ ਐਕਸਪੈਂਸ਼ਨ ਦੀ ਵਰਤੋਂ ਕਰਕੇ ਕਰ ਸਕਦੇ ਹੋ ਅਤੇ ਸਾਨੂੰ ਜਿੱਥੋਂ ਜ਼ਰੂਰੀ ਕੰਡੀਸ਼ਨਸ ਮਿਲੀਆਂ ਤਾਂ ਜੋ ਪਤਾ ਕਰ ਸਕੀਏ ਕਿ ਇਹ ਪੁਆਇੰਟ a, b ਲੋਕਲ ਮੈਕਸਿਮਾ ਜਾਂ ਮਿਨੀਮਾ ਦਾ ਇੱਕ ਪੁਆਇੰਟ ਹੈ। ਇਸ ਪੁਆਇੰਟ a, b ਤੇ f(x) 0 ਹੋਣਾ ਚਾਹੀਦਾ ਹੈ ਅਤੇ f(y) 0 ਹੋਣਾ ਚਾਹੀਦਾ ਹੈ। ਅਸੀਂ ਇਹ ਦੇਖਿਆ ਹੈ ਕਿ ਉਦਾਹਰਨ ਲਈ ਇੱਥੇ 5 ਪੁਆਇੰਟ ਜੋ ਇਹਨਾਂ ਕੰਡੀਸ਼ਨਸ ਨੂੰ ਪੂਰਾ ਕਰਦੇ ਹਨ, ਇਸ ਲਈ ਇੱਥੇ ਇੱਕ ਪੁਆਇੰਟ ਹੈ ਅਤੇ ਉੱਥੇ ਇੱਕ ਪੁਆਇੰਟ ਹੈ ਅਤੇ ਇੱਥੇ ਵੀ ਕੁੱਲ 5 ਪੁਆਇੰਟ ਹਨ। ਅਤੇ ਹੁਣ ਇਸ ਲੈਕਚਰ ਦੇ ਵਿੱਚ ਅਸੀਂ ਇਹ ਪਛਾਣ ਕਰਾਂਗੇ ਕਿ ਕੀ ਉਦਾਹਰਨ ਦੇ ਲਈ ਅਸੀਂ ਦੇਖ ਸਕਦੇ ਹਾਂ ਕਿ ਇਹ ਲੋਕਲ ਮਿਨੀਮਮ ਪੁਆਇੰਟ ਵਾਂਗ ਲੱਗਦਾ ਹੈ। ਇੱਥੇ ਵੀ ਇਹ ਲੋਕਲ ਮਿਨੀਮਮ ਹੈ, ਇਹ ਪੁਆਇੰਟਸ ਲੋਕਲ ਮੈਕਸਿਮਮ ਹਨ। ਪਰ ਇਸ ਪੁਆਇੰਟ ਤੇ ਇੱਥੇ ਨੇਬਰਹੁੱਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੇਕਰ ਅਸੀਂ ਇਸ ਦਿਸ਼ਾ ਦੇ ਵਿੱਚ ਜਾਂਦੇ ਹਾਂ, ਇਸ x ਦੀ ਦਿਸ਼ਾ ਦੇ ਵਿੱਚ ਤਾਂ ਫੰਕਸ਼ਨ ਇਨਕਰੀਜ਼ ਹੋ ਰਿਹਾ ਹੈ, ਜੇਕਰ ਅਸੀਂ y ਦੀ ਦਿਸ਼ਾ ਦੇ ਵਿੱਚ ਜਾਂਦੇ ਹਾਂ ਫੰਕਸ਼ਨ ਡਿਕਰੀਜ਼ ਹੋ ਰਿਹਾ ਹੈ, ਇਸ ਲਈ ਇਹ ਇੱਕ ਪੁਆਇੰਟ ਹੈ। ਇਹ ਲੋਕਲ ਮਿਨੀਮਮ ਦਾ ਪੁਆਇੰਟ ਨਹੀਂ ਹੈ ਜਾਂ ਇਹ ਲੋਕਲ ਮੈਕਸਿਮਮ ਦਾ ਪੁਆਇੰਟ ਨਹੀਂ ਹੈ, ਪਰ ਇਹ ਇੱਕ ਸੈਡਲ ਪੁਆਇੰਟ ਹੈ। ਇਸ ਲਈ ਮੈਥਮੈਟਿਕਲੀ ਅਸੀਂ ਸਾਰੇ ਪੁਆਇੰਟਸ ਦੀ ਪਛਾਣ ਕਰਾਂਗੇ ਇਹਨਾਂ ਸੈਕਿੰਡ ਆਰਡਰ ਡੈਰੀਵੇਟਿਵਸ ਦੀ ਮਦਦ ਦੇ ਨਾਲ। ਤਾਂ ਇੱਥੇ ਇਹ ਸਫੀਸ਼ੀਐਂਟ ਕੰਡੀਸ਼ਨ ਹੈ, ਇਸ ਲਈ ਕੇਵਲ ਸਰਲਤਾ ਦੇ ਲਈ ਅਸੀਂ ਇਹਨਾਂ ਨੋਟੇਸ਼ਨਾਂ ਦੀ ਵਰਤੋਂ ਕਰਦੇ ਹਾਂ। r f(x) a b ਪੁਆਇੰਟ ਤੇ ਉਸ ਪੁਆਇੰਟ ਤੇ s ਮਿਸਕਡ ਡੈਰੀਵੇਟਿਵ ਹੋਵੇਗਾ ਅਤੇ t ਹੋਵੇਗਾ y ਡੈਰੀਵੇਟਿਵ 2 ਟਾਈਮ ਇਸ ਪੁਆਇੰਟ a b ਤੇ y ਦੇ ਸੰਬੰਧ ਵਿੱਚ। ਅਤੇ ਫਿਰ ਜੇਕਰ ਇਹ ਫੰਕਸ਼ਨ f(x) ਆਓ ਮੰਨ ਲਈਏ ਕਿ ਇਹ ਕੰਟੀਨਿਊਅਸ ਹੈ ਅਤੇ ਇਸ ਦੇ ਇਸ ਪੁਆਇੰਟ ਤੇ ਕੰਟੀਨਿਊਅਸ ਸੈਕਿੰਡ ਆਰਡਰ ਪਾਰਸ਼ਲ ਡੈਰੀਵੇਟਿਵਸ ਹਨ ਅਤੇ ਜੇਕਰ ਇਹ ਪੁਆਇੰਟ ਇੱਕ ਕ੍ਰਿਟੀਕਲ ਪੁਆਇੰਟ ਹੈ ਤਾਂ ਇਸ ਪੁਆਇੰਟ P ਤੇ ਲੋਕਲ ਮੈਕਸਿਮਮ ਹੋਵੇਗਾ ਜੇਕਰ ਇਹ rt-s² ਪੋਜ਼ਿਟਿਵ ਹੈ ਅਤੇ r ਨੈਗੇਟਿਵ ਹੈ। ਇਹ ਪੁਆਇੰਟ ਲੋਕਲ ਮਿਨੀਮਮ ਦਾ ਇੱਕ ਪੁਆਇੰਟ ਹੋਵੇਗਾ ਜੇਕਰ ਇਹ rt-s² 0 ਤੋਂ ਵੱਧ ਹੈ ਅਤੇ r 0 ਤੋਂ ਵੱਧ ਹੈ। ਸੈਡਲ ਪੁਆਇੰਟ ਜੇਕਰ ਇਹ rt-s² 0 ਤੋਂ ਘੱਟ ਹੈ ਅਤੇ ਟੈਸਟ ਅਸਫਲ ਹੋ ਜਾਵੇਗਾ ਜੇਕਰ ਇਹ rt-s² 0 ਹੋਵੇਗਾ ਅਤੇ ਫਿਰ ਸਾਨੂੰ ਇਸ ਪੁਆਇੰਟ a, b ਤੇ ਇਸ ਫੰਕਸ਼ਨ ਦੇ ਬਿਹੇਵੀਅਰ ਨੂੰ ਦਰਸਾਉਣ ਲਈ ਕੁਝ ਹੋਰ ਤਰੀਕੇ ਖੋਜਣੇ ਪੈਣਗੇ। ਇੱਥੇ ਜਿਸ ਤਰ੍ਹਾਂ ਲਿਖਿਆ ਗਿਆ ਹੈ, ਜੇਕਰ a, b ਇੱਕ ਕ੍ਰਿਟੀਕਲ ਪੁਆਇੰਟ ਹੈ ਤਾਂ ਨਿਸ਼ਚਿਤ ਤੌਰ ਤੇ ਕਿਉਂਕਿ ਇਹ ਜ਼ਰੂਰੀ ਕੰਡੀਸ਼ਨ ਹੈ ਇਸ ਬਾਰੇ ਚਰਚਾ ਕਰਨ ਲਈ ਕਿ ਇਹ ਪੁਆਇੰਟ ਲੋਕਲ ਮੈਕਸਿਮਮ ਮਿਨੀਮਮ ਪੁਆਇੰਟ ਜਾਂ ਸੈਡਲ ਪੁਆਇੰਟ ਹੈ, ਇਸ ਲਈ ਨਿਸ਼ਚਿਤ ਤੌਰ ਤੇ ਇਹ ਇੱਕ ਕ੍ਰਿਟੀਕਲ ਪੁਆਇੰਟ ਹੈ ਅਤੇ ਫਿਰ ਅਸੀਂ ਇਸ ਸੈਕਿੰਡ ਆਰਡਰ ਟੈਸਟ ਦੀ ਮਦਦ ਦੇ ਨਾਲ ਚਰਚਾ ਕਰਦੇ ਹਾਂ। ਇੱਥੇ ਮੁੱਖ ਤੌਰ ਤੇ rt-s² ਇਸ ਐਕਸਪ੍ਰੈਸ਼ਨ ਦੀ ਵੈਲਿਊ ਅਸੀਂ ਪਤਾ ਕਰ ਸਕਦੇ ਹਾਂ ਕਿ ਕੀ ਇਹ ਲੋਕਲ ਮੈਕਸਿਮਮ ਮਿਨੀਮਮ ਸੈਡਲ ਪੁਆਇੰਟ ਦਾ ਪੁਆਇੰਟ ਹੈ ਅਤੇ ਇਸ ਸਥਿਤੀ ਦੇ ਵਿੱਚ ਜਦੋਂ rt-s² 0 ਹੈ ਇਹ ਟੈਸਟ ਅਸਫਲ ਹੁੰਦਾ ਹੈ। ਆਓ ਇਸ ਨਤੀਜੇ ਨੂੰ ਪ੍ਰੂਵ ਕਰੀਏ ਕਿ ਐਕਸਪ੍ਰੈਸ਼ਨ ਕਿਵੇਂ ਪ੍ਰਾਪਤ ਕਰਦੇ ਹਾਂ। ਅਸੀਂ ਇਸ ਡੈਲਟਾ F ਨੂੰ ਦੁਬਾਰਾ ਕੰਸੀਡਰ ਕਰਦੇ ਹਾਂ ਇਹ ਕਿਉਂਕਿ ਅੰਤ ਵਿੱਚ ਸਾਨੂੰ ਇਸ ਡੈਲਟਾ F ਦੇ ਸਾਈਨ ਦੇ ਆਧਾਰ ਤੇ ਇੱਕ ਪੁਆਇੰਟ ਦੇ ਨੇਬਰਹੁੱਡ ਵਿੱਚ ਇਸ f ਦਾ ਬਿਹੇਵੀਅਰ ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਅਸੀਂ ਪਹਿਲਾਂ ਹੀ ਦੇਖਿਆ ਹੈ ਕਿ ਇਸ ਦਾ ਟੇਲਰ ਸੀਰੀਜ਼ ਐਕਸਪੈਂਸ਼ਨ ਇਸ h ਤੱਕ ਜਾਵੇਗਾ ਜੋ ਕਿ ਫਸਟ ਆਰਡਰ ਟਰਮਜ਼ ਹੈ ਅਤੇ ਫਿਰ ਉੱਥੇ ਸੈਕਿੰਡ ਆਰਡਰ ਟਰਮਜ਼ ਹਨ। ਕਿਉਂਕਿ a b ਇੱਕ ਪੁਆਇੰਟ
ਇੱਕ ਕ੍ਰਿਟੀਕਲ ਪੁਆਇੰਟ ਹੈ, ਇਸ ਲਈ b ਤੇ f(x) ਅਤੇ a b ਤੇ f(y) ਸਮਾਪਤ ਹੋ ਜਾਵੇਗਾ। ਅਤੇ ਫਿਰ ਸਾਡੇ ਕੋਲ ਇਹ ਡੈਲਟਾ f ਹੈ ਜੋ ਕਿ ਇਹਨਾਂ ਸੈਕਿੰਡ ਆਰਡਰ ਟਰਮਜ਼ ਦੇ ਇਕੁਅਲ ਹੈ, ਇਸ ਲਈ h² f(x) ਅਤੇ ਇਸੇ ਤਰ੍ਹਾਂ ਹੋਵੇਗਾ। ਹੁਣ ਇਸ ਡੈਲਟਾ f ਦਾ ਬਿਹੇਵੀਅਰ ਅਸੀਂ ਇਹਨਾਂ ਸੈਕਿੰਡ ਆਰਡਰ ਡੈਰੀਵੇਟਿਵਜ਼ ਟਰਮਜ਼ ਦੇ ਆਧਾਰ ਤੇ ਪ੍ਰਾਪਤ ਕਰਨਾ ਹੈ। ਜਾਂ ਇੱਥੇ ਪਹਿਲੀ ਇਹ ਲੀਡਿੰਗ ਮਿਆਦ ਟਰਮ, ਐਕਸਪੈਂਸ਼ਨ ਦੀਆਂ ਬਾਕੀ ਸਾਰੀਆਂ ਟਰਮਜ਼ ਹਾਇਰ ਆਰਡਰ ਟਰਮਜ਼ ਹੋਣਗੀਆਂ। ਸਾਡੇ ਨੋਟੇਸ਼ਨ ਦੇ ਨਾਲ ਅਸੀਂ ਇਸ f(x)(r) ਅਤੇ a(x)(y)s ਅਤੇ ਇਸ ਪੁਆਇੰਟ a b ਤੇ f(k)(t) ਦੀ ਵਰਤੋਂ ਕੀਤੀ ਹੈ, ਇਸ ਲਈ ਇਹ ਡੈਲਟਾ f ਇਹ ਹੈ, ਇੱਕ ਸਿੰਪਲ ਐਕਸਪ੍ਰੈਸ਼ਨ h²r2hks ਅਤੇ ਪਲੱਸ k²t। ਹੁਣ ਅਸੀਂ ਇਹ ਕੰਸੀਡਰ ਕਰਾਂਗੇ ਜਾਂ ਇਹ ਅਨੁਮਾਨ ਲਗਾਵਾਂਗੇ ਕਿ r ਇੱਥੇ 0 ਦੇ ਇਕੁਅਲ ਨਹੀਂ ਹੈ। ਅਸੀਂ ਇਹ ਵੀ ਅਨੁਮਾਨ ਲਗਾ ਸਕਦੇ ਹਾਂ ਕਿ ਜੇਕਰ ਇਹ r 0 ਹੈ ਤਾਂ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ t 0 ਦੇ ਇਕੁਅਲ ਨਹੀਂ ਹੈ, ਇਸ ਲਈ ਘੱਟੋ ਘੱਟ ਉਹਨਾਂ ਵਿੱਚੋਂ ਇੱਕ 0 ਹੈ। ਇਸ ਤਰ੍ਹਾਂ ਅਸੀਂ ਅੱਗੇ ਵਧ ਸਕਦੇ ਹਾਂ। ਇਸ ਸਥਿਤੀ ਦੇ ਵਿੱਚ, ਜਦੋਂ ਦੋਨੋਂ 0 ਹਨ, ਇਸ ਲਈ ਮੰਨ ਲਵੋ ਸਾਡੇ ਕੋਲ r 0 ਅਤੇ t 0 ਦੇ ਇਕੁਅਲ ਹੈ, ਇਸ ਲਈ ਉਸ ਕੇਸ ਵਿੱਚ ਅਸੀਂ ਇਸ ਤਰੀਕੇ ਨਾਲ ਅੱਗੇ ਨਹੀਂ ਵਧ ਸਕਦੇ, ਲੇਕਿਨ ਉਸ ਕੇਸ ਦੇ ਵਿੱਚ ਸਿੱਧਾ ਅਸੀਂ ਇੱਥੋਂ ਦੇਖਦੇ ਹਾਂ ਕਿ ਜੇਕਰ ਇਹ ਦੋ 0 ਹਨ, r 0 ਅਤੇ t 0 ਹੈ, ਇਸ ਲਈ s 0 ਹੋ ਸਕਦਾ ਹੈ, s ਹੋ ਸਕਦਾ ਹੈ 0 ਨਾ ਹੋਵੇ, ਇਸ ਲਈ ਜੇਕਰ s 0 ਹੈ ਤਾਂ ਫਿਰ ਇਹ ਸੈਕਿੰਡ ਆਰਡਰ ਟੈਸਟ ਕੁਝ ਨਹੀਂ ਦੇਵੇਗਾ ਅਤੇ ਸਾਨੂੰ ਹਾਇਰ ਆਰਡਰ ਡੈਰੀਵੇਟਿਵ ਲਈ ਜਾਣਾ ਪਵੇਗਾ। ਇਸ ਲਈ ਮੰਨ ਲਵੋ ਜੇਕਰ ਇਹ s 0 ਦੇ ਇਕੁਅਲ ਨਹੀਂ ਹੈ ਤਾਂ ਸਾਨੂੰ ਇੱਥੇ ਕੀ ਮਿਲਦਾ ਹੈ, ਸਾਨੂੰ ਇਹ 2hk ਅਤੇ s ਟਰਮ ਮਿਲਦੀ ਹੈ। ਇਸ ਲਈ s ਪੋਜ਼ਿਟਿਵ ਹੋ ਸਕਦਾ ਹੈ, s ਨੈਗੇਟਿਵ ਹੋ ਸਕਦਾ ਹੈ। ਮੰਨ ਲਵੋ ਕਿ s ਪੋਜ਼ਿਟਿਵ ਹੈ, ਇਸੇ ਗੱਲ ਤੇ ਅਸੀਂ ਆਰਗਿਊ ਕਰ ਸਕਦੇ ਹਾਂ ਜਦੋਂ s ਨੈਗੇਟਿਵ ਹੈ। ਸਾਡੇ ਕੋਲ ਇਹ 2hk ਟਰਮ ਹੈ। ਜਦੋਂ ਇਹ ਪ੍ਰੋਡਕਟ h ਅਤੇ k ਭਾਵੇਂ ਜੇਕਰ ਦੋਨੋਂ ਪੋਜ਼ਿਟਿਵ ਹਨ, ਉਦਾਹਰਨ ਦੇ ਲਈ ਦੋਵੇਂ ਨੈਗੇਟਿਵ ਹਨ, ਇਹ hk ਟਰਮ ਪੋਜ਼ਿਟਿਵ ਹੈ, ਇਸ ਲਈ ਸਾਡੇ ਕੋਲ ਇਹ ਡੈਲਟਾ f ਹੈ। ਲੀਡਿੰਗ ਟਰਮ ਪੋਜ਼ਿਟਿਵ ਹੈ ਅਤੇ ਅਸੀਂ ਪਿਛਲੇ ਲੈਕਚਰ ਦੇ ਵਿੱਚ ਪਹਿਲਾਂ ਹੀ ਚਰਚਾ ਕੀਤੀ ਹੈ ਕਿ ਇਹ ਲੀਡਿੰਗ ਟਰਮ ਇਸ ਡੈਲਟਾ f ਦੇ ਸਾਈਨ ਦਾ ਪਤਾ ਕਰੇਗੀ। ਜੇਕਰ ਇਹ ਪੋਜ਼ਿਟਿਵ ਹੈ ਤਾਂ ਇਸੇ b ਪੁਆਇੰਟ ਦੇ ਨੇਬਰਹੁੱਡ ਵਿੱਚ ਇਸ ਡੈਲਟਾ f ਦਾ ਸਾਈਨ ਪੋਜ਼ਿਟਿਵ ਹੋਵੇਗਾ। ਜੇਕਰ ਲੀਡਿੰਗ ਟਰਮ ਨੈਗੇਟਿਵ ਹੈ ਤਾਂ ਫਿਰ ਸਾਈਨ ਨੈਗੇਟਿਵ ਹੋਵੇਗਾ, ਇਸ ਲਈ ਇੱਥੇ hk ਜੇਕਰ ਇਹ ਪ੍ਰੋਡਕਟ ਪੋਜ਼ਿਟਿਵ ਹੈ, ਸਾਡੇ ਕੋਲ ਇਹ ਡੈਲਟਾ f ਪੋਜ਼ਿਟਿਵ ਹੈ। ਜੇਕਰ ਇਹ h ਨੈਗੇਟਿਵ ਹੈ ਅਤੇ k ਪੋਜ਼ਿਟਿਵ ਹੈ ਜਾਂ k ਨੈਗੇਟਿਵ ਹੈ, h ਪੋਜ਼ਿਟਿਵ ਹੈ, ਸਾਡੇ ਕੋਲ ਡੈਲਟਾ f ਨੈਗੇਟਿਵ ਹੈ। ਇਸ ਦਾ ਮਤਲਬ ਹੈ ਉਸ ਕੇਸ ਵਿੱਚ ਇਹ ਡੈਲਟਾ f ਆਪਣਾ ਸਾਈਨ ਬਦਲ ਰਿਹਾ ਹੈ ਅਤੇ ਇਹ ਨਿਸ਼ਚਿਤ ਤੌਰ ਤੇ ਸੈਡਲ ਪੁਆਇੰਟ ਹੋਵੇਗਾ, ਜਿਸਨੂੰ ਇਸ ਰਿਜ਼ਲਟ ਤੋਂ ਵੀ ਕਨਕਲੂਡ ਕੀਤਾ ਜਾ ਸਕਦਾ ਹੈ, ਜੋ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੈ। ਇਸ ਲਈ ਸਾਨੂੰ ਇਸ ਬਾਰੇ ਵੱਖਰੇ ਤੌਰ ਤੇ ਚਰਚਾ ਕਰਨੀ ਪਵੇਗੀ। ਮੰਨ ਲਵੋ ਕਿ ਜਾਂ ਤੇ r 0 ਹੈ ਜਾਂ r 0 ਦੇ ਇਕੁਅਲ ਨਹੀਂ ਹੈ ਜਾਂ t 0 ਦੇ ਇਕੁਅਲ ਨਹੀਂ ਹੈ, ਇਸ ਲਈ ਇੱਥੇ ਅਸੀਂ ਮੰਨ ਲੈਂਦੇ ਹਾਂ ਕਿ r 0 ਦੇ ਇਕੁਅਲ ਨਹੀਂ ਹੈ ਅਤੇ ਹੁਣ ਅੱਗੇ ਵਧਦੇ ਹਾਂ। ਇਸ ਲਈ ਇਸੇ ਤਰ੍ਹਾਂ ਅਸੀਂ ਉਦੋਂ ਕਰ ਸਕਦੇ ਹਾਂ ਜਦੋਂ t 0 ਦੇ ਇਕੁਅਲ ਨਹੀਂ ਹੈ। ਇਸ ਲਈ ਮੰਨ ਲਵੋ ਕਿ ਇਹ r 0 ਦੇ ਇਕੁਅਲ ਨਹੀਂ ਹੈ, ਅਸੀਂ r ਦੇ ਨਾਲ ਡਿਵਾਈਡ ਕਰ ਸਕਦੇ ਹਾਂ ਅਤੇ r ਦੇ ਨਾਲ ਮਲਟੀਪਲਾਈ ਕਰ ਸਕਦੇ ਹਾਂ, ਇਸ ਲਈ ਸਾਨੂੰ ਇੱਥੇ ਇਹ ਐਕਸਪ੍ਰੈਸ਼ਨ ਮਿਲਦਾ ਹੈ ਅਤੇ ਇਹ ਡੈਲਟਾ f1/2r। ਇਸ ਲਈ ਇਸ ਕੇਸ ਵਿੱਚ ਅਸੀਂ ਇੱਥੇ ਐਡ ਕੀਤਾ ਹੈ ਕਿ ਸਕੁਏਅਰ s² ਅਤੇ ਇਸ k ਸਕੁਏਅਰ s² ਟਰਮ ਪਲੱਸ k ਸਕੁਏਅਰ rt ਪਲੱਸ ਨੂੰ ਸਬਟ੍ਰੈਕਟ ਵੀ ਕੀਤਾ ਹੈ। ਹਾਇਰ ਆਰਡਰ ਟਰਮਜ਼ ਹੁਣ ਪਹਿਲੀਆਂ ਤਿੰਨ ਟਰਮਜ਼ ਇੱਕ ਹੋਲ ਸਕੁਏਅਰ ਬਣਾਉਣਗੀਆਂ। ਇਸ ਦਾ ਮਤਲਬ ਹੈ hr ਪਲੱਸ aks ਹੋਲ ਸਕੁਏਅਰ ਇਹ ਪਹਿਲੀਆਂ ਤਿੰਨ ਟਰਮਜ਼ ਮਾਈਨਸ ak ਸਕੁਏਅਰ s² ਅਤੇ ਫਿਰ ਸਾਡੇ ਕੋਲ ak ਸਕੁਏਅਰ ਅਤੇ rt ਟਰਮ ਹੈ। ਇੱਥੇ ਅੰਤਿਮ ਦੋ ਟਰਮਜ਼ ਤੋਂ ਅਸੀਂ k ਸਕੁਏਅਰ ਨੂੰ ਕਾਮਨ ਲੈਂਦੇ ਹਾਂ, ਇਸ ਲਈ ਸਾਡੇ ਕੋਲ ਹੈ art ਅਤੇ ਮਾਈਨਸ as²। ਇਸ ਲਈ ਇਹ ਐਕਸਪ੍ਰੈਸ਼ਨ ਹੈ ਲੀਡਿੰਗ 1 ਇਹ hr ਪਲੱਸ ks ਹੋਲ ਸਕੁਏਅਰ ਪਲੱਸ k ਸਕੁਏਅਰ ਅਤੇ rt ਮਾਈਨਸ s²। ਹੁਣ ਅਸੀਂ ਇਸ ਕੇਸ ਨੂੰ ਕੰਸੀਡਰ ਕਰਦੇ ਹਾਂ ਜਿੱਥੇ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਇਹ rt ਮਾਈਨਸ s² ਪੋਜ਼ਿਟਿਵ ਹੈ। ਇਹ ਕੇਸ 1 ਹੈ। ਇਸ ਲਈ ਇਸ ਕੇਸ ਦੇ ਵਿੱਚ ਕੀ ਹੋਵੇਗਾ ਜੇਕਰ ਇਹ ਇੱਥੇ ਪੋਜ਼ਿਟਿਵ ਹੈ ਤਾਂ ਫਿਰ ਸਾਡੇ ਕੋਲ ਇਹ ਹੋਲ ਸਕੁਏਅਰ ਟਰਮ ਹੈ ਅਤੇ ਸਾਡੇ ਕੋਲ ਇਹ k ਸਕੁਏਅਰ ਟਰਮ ਹੈ। ਇਸ ਲਈ ਸਾਨੂੰ ਹੁਣ ਇਹ ਦੇਖਣਾ ਹੈ ਕਿ ਕਿਵੇਂ ਇਹ ਡੈਲਟਾ f ਪੋਜ਼ਿਟਿਵ ਹੈ ਅਤੇ r ਪੋਜ਼ਿਟਿਵ ਹੈ। ਇਸ ਲਈ r ਪੋਜ਼ਿਟਿਵ ਹੈ, ਅਸੀਂ ਅੱਗੇ ਮੰਨਦੇ ਹਾਂ r ਨੈਗੇਟਿਵ ਹੋ ਸਕਦਾ ਹੈ, r ਪੋਜ਼ਿਟਿਵ ਹੋ ਸਕਦਾ ਹੈ। ਇਸੇ b ਪੁਆਇੰਟ ਤੇ ਸੈਕਿੰਡ ਆਰਡਰ ਡੈਰੀਵੇਟਿਵ ਹੈ, ਇਸ ਲਈ ਉਸੇ b ਅਤੇ ਫੰਕਸ਼ਨ ਦੇ ਆਧਾਰ ਤੇ, ਪਰ ਇਹ ਇੱਕ ਡੈਫੀਨਿਟ ਸਾਈਨ ਹੋਵੇਗਾ ਭਾਵੇਂ ਇਹ ਪੋਜ਼ਿਟਿਵ ਹੋਵੇ ਜਾਂ ਨੈਗੇਟਿਵ। ਤਾਂ ਜੇਕਰ ਇਹ r ਪੋਜ਼ਿਟਿਵ ਹੈ, ਅਸੀਂ ਹੁਣ ਦੇਖਾਂਗੇ ਕਿ ਇੱਥੇ ਡੈਲਟਾ f ਪੋਜ਼ਿਟਿਵ ਹੋਵੇਗਾ। ਕਿਉਂ? ਜੇਕਰ ਸਾਡੇ ਕੋਲ ਇੱਥੇ ਇਹ ਐਕਸਪ੍ਰੈਸ਼ਨ ਹੈ, ਇੱਥੇ ਇਹ ਪੋਜ਼ਿਟਿਵ ਹੈ, ਇਸ ਲਈ ਇਹ ਸਟ੍ਰਿਕਟਲੀ ਪੋਜ਼ਿਟਿਵ ਹੈ। ਹੁਣ
ਨੇਬਰਹੁੱਡ ਦੇ ਲਈ ਭਾਵੇਂ h 0 ਹੋਵੇਗਾ ਤਾਂ ਕਿ ਨਾਨ 0 ਹੋਵੇਗਾ, ਜਾਂ ਜੇਕਰ ਕਿ 0 ਹੈ ਤਾਂ h ਨੂੰ ਨਾਨ 0 ਹੋਣਾ ਪਵੇਗਾ। ਦੋਨੋਂ 0 ਨਹੀਂ ਹੋ ਸਕਦੇ ਕਿਉਂਕਿ ਦੋਨੋਂ 0 ਦਾ ਮਤਲਬ ਹੈ ਕਿ ਅਸੀਂ ਪੁਆਇੰਟ A B ਤੇ ਹਾਂ ਅਤੇ ਅਸੀਂ ਨੇਬਰਹੁੱਡ ਪੁਆਇੰਟ ਦੇਖ ਰਹੇ ਹਾਂ। ਇਸ ਲਈ ਇੱਥੇ ਉਦਾਹਰਨ ਦੇ ਲਈ ਸਾਡੇ ਕੋਲ A B ਪੁਆਇੰਟ ਹੈ। ਹੁਣ ਇਸ ਪੁਆਇੰਟ ਤੇ ਨੇਬਰਹੁੱਡ ਦੇ ਵਿੱਚ, ਜਾਂ ਤਾਂ ਇਸ ਇੰਕਰੀਮੈਂਟ ਵਿੱਚ ਇਸ ਦਿਸ਼ਾ ਦੇ ਵਿੱਚ ਇਸ ਨੂੰ h ਇੰਕਰੀਮੈਂਟ ਅਤੇ y ਦਿਸ਼ਾ ਵਿੱਚ k ਦੁਆਰਾ ਡਿਨੋਟ ਕੀਤਾ ਜਾਂਦਾ ਹੈ। ਇਸ ਲਈ ਨੇਬਰਹੁੱਡ ਦੇ ਵਿੱਚ ਪੁਆਇੰਟ ਹੋਣ ਦੇ ਲਈ ਇੱਕ ਨੂੰ ਨਾਨ 0 ਹੋਣਾ ਚਾਹੀਦਾ ਹੈ, ਉਹਨਾਂ ਦੋਵਾਂ ਨੂੰ ਨਾਨ 0 ਹੋਣਾ ਚਾਹੀਦਾ ਹੈ। ਇਸ ਲਈ ਜੇਕਰ ਦੋਵੇਂ ਨਾਨ 0 ਹਨ ਤਾਂ ਇਸ ਦਾ ਮਤਲਬ ਹੈ ਕਿ k ਨਾਨ 0 ਹੈ ਤਾਂ ਸਾਡੇ ਕੋਲ ਇੱਥੇ ਇੱਕ ਪੋਜ਼ਿਟਿਵ ਟਰਮ ਹੈ, ਇਹ ਸਟ੍ਰਿਕਟਲੀ ਪੋਜ਼ਿਟਿਵ ਟਰਮ। ਇਹ ਫਰਕ ਨਹੀਂ ਪੈਂਦਾ ਕਿ ਇਹ ਇੱਥੇ ਟਰਮ ਕਿਹੜੀ ਹੈ, ਸਾਡੇ ਕੋਲ ਇੱਥੇ ਕੁੱਲ ਪੋਜ਼ਿਟਿਵ ਨੰਬਰ ਹੈ। ਉਸ ਕੇਸ ਵਿੱਚ ਇਹ ਠੀਕ ਹੈ, ਮੰਨ ਲਵੋ ਇਸ ਕੇਸ ਵਿੱਚ 0 ਹੈ। ਜੇਕਰ ਕਿ 0 ਹੈ, ਤਾਂ h ਨੂੰ ਨਾਨ 0 ਹੋਣਾ ਪਵੇਗਾ ਨੇਬਰਹੁੱਡ ਵਿੱਚ ਹੋਣ ਦੇ ਲਈ। ਇਸ ਲਈ ਉਸ ਕੇਸ ਵਿੱਚ ਇਹ ਟਰਮ 0 ਹੈ ਅਤੇ ਇੱਥੇ k 0 ਹੈ। ਇਸ ਲਈ ਸਾਡੇ ਕੋਲ h ਸਕੁਏਅਰ r ਸਕੁਏਅਰ ਹੈ। ਇਸ ਲਈ ਦੁਬਾਰਾ ਇਹ h ਸਕੁਏਅਰ r ਸਕੁਏਅਰ ਸਾਡੇ ਕੋਲ ਪੋਜ਼ਿਟਿਵ ਟਰਮ ਹੈ ਕਿਉਂਕਿ h 0 ਨਹੀਂ ਹੋ ਸਕਦਾ ਹੈ। ਇਸ ਲਈ ਕਿਸੇ ਵੀ ਕੇਸ ਵਿੱਚ ਕੋਈ ਵੀ ਸਥਿਤੀ ਹੋਵੇ ਜੇਕਰ ਇਹ rt-s ਸਕੁਏਅਰ ਪੋਜ਼ਿਟਿਵ ਹੈ, ਫਿਰ ਇਹ ਡੈਲਟਾ f r ਪੋਜ਼ਿਟਿਵ ਦੇ ਲਈ ਪੋਜ਼ਿਟਿਵ ਹੋਵੇਗਾ ਅਤੇ ਜਦੋਂ r ਨੈਗੇਟਿਵ ਹੁੰਦਾ ਹੈ ਕੇਵਲ ਸਾਈਨ ਬਦਲੇਗਾ ਕਿਉਂਕਿ ਇਹ r ਇੱਥੇ ਹੈ, ਨਹੀਂ ਤਾਂ ਬਾਕੀ ਸਭ ਜਗ੍ਹਾ ਸਾਡੇ ਕੋਲ a ਸਕੁਏਅਰ ਹੈ। ਸਾਨੂੰ ਹੁਣ ਕੀ ਮਿਲਦਾ ਹੈ ਕਿ ਇਹ ਡੈਲਟਾ f ਪੋਜ਼ਿਟਿਵ ਹੈ ਜੇਕਰ r ਪੋਜ਼ਿਟਿਵ ਹੈ ਅਤੇ ਇਹ ਡੈਲਟਾ f ਨੈਗੇਟਿਵ ਹੁੰਦਾ ਹੈ ਜਦੋਂ r ਨੈਗੇਟਿਵ ਹੈ। ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਸਾਡੇ ਕੋਲ ਉਹੀ ਸਾਈਨ ਹੈ ਕਿਉਂਕਿ r ਜਾਂ ਤੇ ਪੋਜ਼ਿਟਿਵ ਹੋਵੇਗਾ ਜਾਂ ਨੈਗੇਟਿਵ ਹੋਵੇਗਾ। ਇਸ ਲਈ ਜੇਕਰ r ਪੋਜ਼ਿਟਿਵ ਹੈ ਤਾਂ ਡੈਲਟਾ f ਪੋਜ਼ਿਟਿਵ ਹੈ ਅਤੇ ਫਿਰ ਸਾਡੇ ਕੋਲ A ਪੁਆਇੰਟ ਹੋਵੇਗਾ ਜੋ ਕਿ ਲੋਕਲ ਮਿਨੀਮਮ ਹੈ। ਇਸ ਕੇਸ ਵਿੱਚ ਜਦੋਂ r ਨੈਗੇਟਿਵ ਹੁੰਦਾ ਹੈ ਤਾਂ ਇਹ ਪੁਆਇੰਟ ਲੋਕਲ ਮੈਕਸਿਮਮ ਦਾ ਪੁਆਇੰਟ ਹੋਵੇਗਾ ਜਦੋਂ ਇਹ rt-s ਸਕੁਏਅਰ ਪੋਜ਼ਿਟਿਵ ਹੈ ਅਤੇ r ਨੈਗੇਟਿਵ ਹੈ ਕਿਉਂਕਿ ਇਹ ਡੈਲਟਾ f ਨੈਗੇਟਿਵ ਹੋਣ ਦਾ ਅਰਥ ਹੈ ਕਿ A B ਪੁਆਇੰਟ ਨੇਬਰਹੁੱਡ ਵਿੱਚ ਪੁਆਇੰਟਸ ਨਾਲੋਂ ਵਧੇਰੇ ਵੱਡੀ ਵੈਲਿਊ ਲੈ ਰਿਹਾ ਹੈ। ਇਸ ਦਾ ਮਤਲਬ ਹੈ ਕਿ ਇਹ ਪੁਆਇੰਟ ਲੋਕਲ ਮੈਕਸਿਮਮ ਦਾ ਪੁਆਇੰਟ ਹੈ। ਕੇਸ ਨੰਬਰ 2 ਦੇ ਵੱਲ ਅੱਗੇ ਵਧਦੇ ਹੋਏ, ਜਦੋਂ ਅਸੀਂ ਇਹ rt-s ਸਕੁਏਅਰ 0 ਤੋਂ ਘੱਟ ਲੈਂਦੇ ਹਾਂ ਤਾਂ ਇਸ ਕੇਸ ਵਿੱਚ ਕੀ ਹੋਵੇਗਾ ਜਦੋਂ ਇਹ rt-s ਸਕੁਏਅਰ 0 ਤੋਂ ਘੱਟ ਹੈ। ਇਸ ਲਈ ਸਾਨੂੰ ਦੁਬਾਰਾ ਸਾਵਧਾਨੀ ਦੇ ਨਾਲ ਇਸ ਨੂੰ ਦੇਖਣਾ ਚਾਹੀਦਾ ਹੈ। ਅਸੀਂ ਇਹ ਸੰਭਾਵਨਾ ਲੈਂਦੇ ਹਾਂ ਕਿ ਮੰਨ ਲਵੋ ਲੈਟ k 2 0 ਅਤੇ ਫਿਰ h ਨਾਨ 0 ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਚਰਚਾ ਕੀਤੀ ਹੈ ਕਿ ਇੱਕ ਨੂੰ ਨਾਨ 0 ਹੋਣਾ ਚਾਹੀਦਾ ਹੈ। ਇਸ ਲਈ ਅਸੀਂ ਮੰਨ ਲੈਂਦੇ ਹਾਂ ਕਿ k 0 ਹੈ ਅਤੇ h ਨਾਨ 0 ਹੈ। ਇਸ ਲਈ k 2 0 ਮਤਲਬ ਇਹ 0 ਅਤੇ h ਨਾਨ 0 ਹੈ। ਇਸ ਲਈ ਇੱਥੋਂ ਅਸੀਂ ਕਨਕਲੂਡ ਕਰਾਂਗੇ ਕਿ ਇਹ ਡੈਲਟਾ f ਪੋਜ਼ਿਟਿਵ ਹੋਵੇਗਾ ਜੇਕਰ r ਪੋਜ਼ਿਟਿਵ ਹੈ। ਇਸ ਲਈ ਚਲੋ ਮੰਨ ਲਓ ਇੱਥੇ r ਪੋਜ਼ਿਟਿਵ ਹੈ, r ਨੈਗੇਟਿਵ ਹੋ ਸਕਦਾ ਹੈ। ਇਸ ਲਈ ਇਹ ਡੈਲਟਾ f ਨੈਗੇਟਿਵ ਹੋਵੇਗਾ। ਇਸ ਕੇਸ ਵਿੱਚ ਕੁਝ ਹੋਰ ਨਹੀਂ ਬਦਲੇਗਾ। ਇਸ ਲਈ ਇੱਥੇ r ਪੋਜ਼ਿਟਿਵ ਹੈ। ਇਸ ਲਈ ਇਹ ਡੈਲਟਾ f ਪੋਜ਼ਿਟਿਵ ਹੈ ਕਿਉਂਕਿ h ਨਾਨ 0 ਹੈ ਅਤੇ k 0 ਹੈ। ਇਸ ਲਈ ਸਾਡੇ ਕੋਲ ਇੱਥੇ ਹੋਵੇਗਾ h ਸਕੁਏਅਰ r ਸਕੁਏਅਰ ਟਰਮ ਜੋ ਕਿ ਪੋਜ਼ਿਟਿਵ ਹੈ। ਅਤੇ ਫਿਰ ਦੂਜਾ ਨਿਰੀਖਣ ਅਸੀਂ ਇਹ ਲਵਾਂਗੇ ਕਿ ਮੰਨ ਲਵੋ ਕਿ ਨੋਟ 0 ਹੈ। ਇਸ ਲਈ ਕਿ ਨੋਟ 0 ਹੈ ਅਤੇ ਇਹ rt-s ਸਕੁਏਅਰ ਨੈਗੇਟਿਵ ਹੈ। ਇਸ ਲਈ ਸਾਡੇ ਕੋਲ ਹੁਣ ਇੱਥੇ ਕੁਝ ਨੈਗੇਟਿਵ ਹੈ ਅਤੇ ਫਿਰ ਅਸੀਂ ਇਹ h ਇਸ ਤਰ੍ਹਾਂ ਚੁਣਦੇ ਹਾਂ ਤਾਂ ਜੋ hr ਪਲਸ ks 0 ਦੇ ਇਕੁਅਲ ਹੈ, ਤਾਂ ਅਸੀਂ ਆਪਣਾ h ਚੁਣਦੇ ਹਾਂ ਤਾਂ ਜੋ ਇਹ ਰਿਲੇਸ਼ਨ ਦਿੱਤੇ ਗਏ k ਦੇ ਲਈ ਹੁੰਦਾ ਹੈ। ਜੋ ਕੋਈ ਛੋਟਾ ਵੀ ਤੁਸੀਂ ਲੈ ਸਕਦੇ ਹੋ। ਤੁਸੀਂ ਇੱਥੇ ਇਸ h ਨੂੰ ਚੁਣ ਸਕਦੇ ਹੋ -ks ਓਵਰ r, ਤਾਂ ਅਸੀਂ h ਨੂੰ k ਦੀ ਕਿਸੇ ਵੀ ਵੈਲਿਊ ਦੇ ਲਈ -ks ਓਵਰ r ਚੁਣਦੇ ਹਾਂ। ਇਸ ਲਈ ਇੱਥੇ ਇਸ ਪੁਆਇੰਟ ਤੇ ਜਦੋਂ h ਨੂੰ ਚੁਣਿਆ ਜਾਂਦਾ ਹੈ ਇਸ -ks ਓਵਰ r ਤੋਂ ਕਿਸੇ ਵੀ k ਦੇ ਲਈ, ਇਹ ਪਹਿਲੀ ਟਰਮ ਇਹ hr ਪਲਸ ks ਇਹ 0 ਹੋਵੇਗੀ ਕਿਉਂਕਿ ਅਸੀਂ ਆਪਣਾ h ਅਜਿਹੇ ਤਰੀਕੇ ਦੇ ਨਾਲ ਚੁਣਿਆ ਹੈ ਕਿ ਇਹ hr ਪਲਸ ks 0 ਹੈ। ਇਸ ਲਈ ਇਹ ਟਰਮ 0 ਹੈ ਅਤੇ ਇੱਥੇ ਇਹ k ਸਕੁਏਅਰ ਪੋਜ਼ਿਟਿਵ ਹੈ ਪਰ ਇਹ ਨੈਗੇਟਿਵ ਹੈ। ਇਹ 0 ਤੋਂ ਘੱਟ ਹੈ। ਇਸ ਲਈ ਸੰਪੂਰਨ ਤੌਰ ਤੇ r ਪੋਜ਼ਿਟਿਵ ਦੇ ਲਈ ਇਹ ਪਹਿਲੀ ਟਰਮ ਜੋ ਅਸੀਂ ਇਸ ਸਮੇਂ ਕੰਸੀਡਰ ਕਰ ਰਹੇ ਹਾਂ, ਇਹ 0 ਤੋਂ ਘੱਟ ਹੋਵੇਗਾ। ਡੈਲਟਾ f 0 ਤੋਂ ਘੱਟ ਹੋਵੇਗਾ ਕਿਉਂਕਿ ਇਸ ਟਰਮ ਦੇ ਕਾਰਨ ਕੋਈ ਪਹਿਲੀ ਟਰਮ ਨਹੀਂ ਹੋਵੇਗੀ ਜੇਕਰ ਅਸੀਂ ਨੇਬਰਹੁੱਡ ਵਿੱਚ ਹਾਂ ਜੋ ਇਹਨਾਂ ਸਾਰੇ ਪੁਆਇੰਟਸ ਨੂੰ ਪੂਰਾ ਕਰਦੀ ਹੈ।
ਫਿਰ ਇਹ ਡੈਲਟਾ f 0 ਤੋਂ ਘੱਟ ਹੋਵੇਗਾ ਜੇਕਰ r ਪੋਜ਼ਿਟਿਵ ਹੈ ਅਤੇ ਅਸੀਂ ਨੇਬਰਹੁੱਡ ਦੇ ਲਈ ਪ੍ਰਤੀਬੰਧਿਤ ਨਹੀਂ ਕਰ ਰਹੇ ਹਾਂ ਕਿ ਸਾਨੂੰ ਅਜਿਹੇ ਪੁਆਇੰਟ ਤੇ ਦੂਰ ਹੋਣਾ ਚਾਹੀਦਾ ਹੈ ਜਿੱਥੇ ਇਹ ਰਿਲੇਸ਼ਨ ਹੋਵੇ ਤੁਸੀਂ ਇਸ AB ਪੁਆਇੰਟ ਦੇ ਜਿੰਨਾ ਨੇੜੇ ਹੈ। ਇਸ h r ਪਲਸ ਕੇ s 0 ਦੇ ਬਰਾਬਰ ਹੈ ਜੋ ਕਿ ਇਸ k ਦੀ ਕਿਸੇ ਵੀ ਛੋਟੀ ਵੈਲਿਊ ਦੇ ਲਈ ਨੂੰ ਚੁਣ ਕੇ ਅਤੇ 0 ਦੇ ਇਕੁਅਲ ਨਹੀਂ ਹੈ। ਸਾਨੂੰ ਇੱਥੇ ਪਤਾ ਲੱਗਾ ਹੈ ਕਿ ਡੈਲਟਾ f ਸਟ੍ਰਿਕਟਲੀ ਪੋਜ਼ਿਟਿਵ ਹੈ ਜਦੋਂ r ਪੋਜ਼ਿਟਿਵ ਹੈ ਤਾਂ ਡੈਲਟਾ f ਨੈਗੇਟਿਵ ਹੈ ਜਦੋਂ r ਪੋਜ਼ਿਟਿਵ ਹੈ। ਇਸ ਲਈ ਅਸੀਂ ਮੰਨ ਲੈਂਦੇ ਹਾਂ ਕਿ ਜੇਕਰ ਅਸੀਂ r ਨੈਗੇਟਿਵ ਲੈਂਦੇ ਹਾਂ ਤਾਂ ਇਹ ਡੈਲਟਾ f ਨੈਗੇਟਿਵ ਡੈਲਟਾ f ਪੋਜ਼ਿਟਿਵ ਹੋਵੇਗਾ। ਇਸ ਲਈ ਪੁਆਇੰਟ ਇਹ ਹੈ ਕਿ ਇਹ ਡੈਲਟਾ f ਨੇਬਰਹੁੱਡ ਦੇ ਵਿੱਚ ਆਪਣੇ ਸਾਈਨ ਨੂੰ ਬਦਲ ਰਿਹਾ ਹੈ ਅਤੇ ਇਹ ਪੂਰੀ ਤਰ੍ਹਾਂ ਕ੍ਰਿਟੀਕਲ ਪੁਆਇੰਟ ਦਾ ਕੇਸ ਹੈ। ਇਸ ਲਈ ਇਹ ਕੰਡੀਸ਼ਨ ਕਿ ਜੇਕਰ ਇਹ rt-s² ਨੈਗੇਟਿਵ ਹੈ ਫਿਰ ਅਸੀਂ ਤੁਰੰਤ ਕਨਕਲੂਡ ਕਰ ਸਕਦੇ ਹਾਂ ਕਿ ਇਹ ਪੁਆਇੰਟ ਇਹ ਸੈਡਲ ਪੁਆਇੰਟ ਦਾ ਇੱਕ ਪੁਆਇੰਟ ਹੋਵੇਗਾ। ਇਸ ਲਈ ਇਹ ਸੈਡਲ ਪੁਆਇੰਟ ਹੈ। ਇਹ ਪੁਆਇੰਟ ਆਫ ਮੈਕਸਿਮਮ ਨਹੀਂ ਹੈ ਜਾਂ ਮਿਨੀਮਮ ਨਹੀਂ ਹੈ ਕਿਉਂਕਿ ਇਹ ਡੈਲਟਾ f ਇਸ ਡੈਲਟਾ f ਦਾ ਸਾਈਨ h ਅਤੇ k ਤੇ ਨਿਰਭਰ ਕਰਦਾ ਹੈ। ਇਸ ਲਈ ਨੇਬਰਹੁੱਡ ਦੇ ਵਿੱਚ ਪੁਆਇੰਟ ਹਨ ਜਿੱਥੇ ਡੈਲਟਾ f ਪੋਜ਼ਿਟਿਵ ਹੈ ਅਤੇ ਨੇਬਰਹੁੱਡ ਦੇ ਵਿੱਚ ਪੁਆਇੰਟ ਹਨ ਜਿੱਥੇ ਇਹ ਡੈਲਟਾ f ਨੈਗੇਟਿਵ ਹੈ। ਇਸ ਲਈ ਇਸ AB ਪੁਆਇੰਟ ਦੇ ਨੇਬਰਹੁੱਡ ਵਿੱਚ ਸਾਈਨ ਬਦਲ ਰਿਹਾ ਹੈ ਅਤੇ ਇਸ ਲਈ ਇਸ ਦਾ ਮਤਲਬ ਇਹ ਹੈ ਕਿ ਇਹ ਸੈਡਲ ਪੁਆਇੰਟ ਹੈ। ਤੀਜੀ ਸਥਿਤੀ ਅਸੀਂ ਉਦੋਂ ਲਵਾਂਗੇ ਜਦੋਂ ਇਹ rt-s² 0 ਦੇ ਇਕੁਅਲ ਹੈ। ਇਸ ਲਈ ਇਸ ਕੇਸ ਵਿੱਚ ਕੋਈ ਦੂਜੀ ਟਰਮ ਨਹੀਂ ਹੈ। ਇੱਥੇ rt-s² 0 ਹੈ। ਇਸ ਲਈ ਬਿਹੇਵੀਅਰ ਤੇ ਪਹਿਲੀ ਟਰਮ hr ਪਲਸ ਕੇ s² ਦੀ ਮਦਦ ਦੇ ਨਾਲ ਡਿਸਕਸ ਹੋਵੇਗੀ। ਪਹਿਲੀ ਨਜ਼ਰ ਦੇ ਵਿੱਚ ਅਸੀਂ ਦੇਖਾਂਗੇ ਕਿ ਇਹ ਸਹੀ ਹੈ। ਇਹ ਪੋਜ਼ਿਟਿਵ ਹੈ 0 ਦੇ ਇਕੁਅਲ ਜਾਂ ਉਸ ਤੋਂ ਵੱਡਾ ਹੈ। ਟਰਮ hr ਪਲਸ ਕੇ s 0 ਦੇ ਇਕੁਅਲ ਹੈ। ਇਹ ਕਿ hr ਪਲਸ ਕੇ s ਹੋਲ ਸਕੁਅਰ ਹੈ। ਇਸ ਲਈ ਇਹ ਨਿਸ਼ਚਿਤ ਤੌਰ ਤੇ 0 ਤੋਂ ਵੱਧ ਜਾਂ ਉਸ ਤੋਂ ਵੱਧ ਹੈ ਪਰ ਸੰਭਾਵਨਾ ਹੈ ਕਿ ਇਹ 0 ਦੇ ਇਕੁਅਲ ਹੈ ਕਿਉਂਕਿ ਜੇਕਰ ਇਹ ਟਰਮ ਸੈਕਿੰਡ ਆਰਡਰ ਟਰਮ 0 ਹੁੰਦੀ ਹੈ ਤਾਂ ਅਸੀਂ ਇਸ ਡੈਲਟਾ f ਦੇ ਬਿਹੇਵੀਅਰ ਨੂੰ ਪਛਾਣ ਨਹੀਂ ਸਕਦੇ ਹਾਂ ਕਿਉਂਕਿ ਫਿਰ ਹੋਰ ਹਾਇਰ ਆਰਡਰ ਟਰਮਜ਼ ਦੁਆਰਾ ਬਿਹੇਵੀਅਰ ਨਿਰਧਾਰਿਤ ਹੋਵੇਗਾ ਜੋ ਇਸ ਡੈਲਟਾ f ਨੂੰ ਨੈਗੇਟਿਵ ਬਣਾ ਸਕਦਾ ਹੈ ਕਿਉਂਕਿ ਜੇਕਰ ਇਹ ਟਰਮ 0 ਹੈ ਤੇ ਅਗਲੀ ਟਰਮ ਸਾਈਨ ਦਾ ਫੈਸਲਾ ਕਰੇਗੀ ਕਿਉਂਕਿ ਉਹ ਕੇਸ ਹੋ ਸਕਦਾ ਹੈ ਕਿ ਡੈਲਟਾ f ਨੈਗੇਟਿਵ ਹੈ। ਇਸ ਲਈ ਅਸੀਂ ਇਸ ਤੋਂ ਕਨਕਲੂਡ ਨਹੀਂ ਕਰ ਸਕਦੇ ਤੁਰੰਤ ਇਸ ਦੇ ਹੋਣ ਦੇ ਨਾਲ ਇਹ ਪਤਾ ਲੱਗਦਾ ਹੈ ਕਿ ਇਹ 0 ਤੋਂ ਵੱਧ ਜਾਂ ਉਸ ਦੇ ਇਕੁਅਲ ਹੈ। ਨਹੀਂ ਸਾਡਾ ਸਟ੍ਰਿਕਟ ਸਾਈਨ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਉਸ ਨੂੰ ਠੀਕ ਕਹਿ ਸਕਦੇ ਹਾਂ। ਇਹ ਪੂਰਾ ਡੈਲਟਾ f ਹੋਵੇਗਾ ਉਸ ਸਾਈਨ ਦੀ। ਇਸ ਲਈ ਇੱਥੇ ਜੇਕਰ ਅਸੀਂ ਇਹ ਸਾਬਿਤ ਕਰ ਸਕਦੇ ਹਾਂ ਕਿ ਇਹ ਸਟ੍ਰਿਕਟਲੀ 0 ਤੋਂ ਵੱਧ ਹੈ ਤਾਂ ਇਹ ਠੀਕ ਹੈ। ਅਸੀਂ ਪੁਆਇੰਟ ਬਾਰੇ ਕਨਕਲੂਡ ਕਰ ਸਕਦੇ ਹਾਂ ਪਰ ਇੱਥੇ ਹੁਣ ਇਹ 0 ਦੇ ਇਕੁਅਲ ਜਾਂ ਉਸ ਤੋਂ ਵੱਧ ਹੈ ਕਿਉਂਕਿ ਜੇਕਰ ਅਸੀਂ ਆਪਣਾ hr ਅਤੇ ks ਨੇਬਰਹੁੱਡ ਦੇ ਵਿੱਚ ਚੁਣਦੇ ਹਾਂ ਤਾਂ ਜੋ ਇਹ hr ਪਲਸ ks 0 ਹੈ। ਇਸ ਲਈ ਉਸ ਕੇਸ ਵਿੱਚ ਨੇਬਰਹੁੱਡ ਦੇ ਵਿੱਚ ਉਹ ਸਾਰੇ ਪੁਆਇੰਟਸ ਤੇ ਇਹ ਟਰਮ 0 ਹੋ ਜਾਵੇਗੀ ਅਤੇ ਅਗਲੀਆਂ ਹਾਇਰ ਆਰਡਰ ਟਰਮਜ਼ ਤੋਂ ਬਿਹੇਵੀਅਰ ਨਿਰਧਾਰਿਤ ਹੋਵੇਗਾ। ਇਸ ਲਈ ਆਓ ਅਸੀਂ ਇਸ ਨੂੰ ਇੱਥੇ ਲਿਖੀਏ। ਇਸ ਲਈ ਜੇਕਰ ਅਸੀਂ ਇਸ h ਅਤੇ k ਨੂੰ ਇਸ ਤਰ੍ਹਾਂ ਲੈਂਦੇ ਹਾਂ ਕਿ ਇਹ hr ਪਲਸ ks 0 ਹੈ ਇਸ ਦਾ ਮਤਲਬ ਹੈ ਕਿ hr ਮਾਈਨਸ ks ਦੇ ਇਕੁਅਲ ਹੈ। ਇਸ ਲਈ ਇਹ ਸਾਰੇ ਨੇਬਰਹੁੱਡ ਵਿੱਚ ਪੁਆਇੰਟ ਹਨ ਜਿੱਥੇ ਡੈਲਟਾ f 0 ਹੈ ਪਲਸ ਇਹ ਥਰਡ ਆਰਡਰ ਟਰਮਜ਼ ਫਿਰ ਰਾਈਟ ਹੈਂਡ ਸਾਈਡ ਦੀਆਂ ਸੈਕਿੰਡ ਆਰਡਰ ਟਰਮਜ਼ ਖਤਮ ਹੋ ਜਾਂਦੀਆਂ ਹਨ ਅਤੇ ਫਿਰ ਇਸ ਲਈ ਕਨਕਲੂਜ਼ਨ ਹਾਇਰ ਆਰਡਰ ਟਰਮਜ਼ ਤੇ ਨਿਰਭਰ ਕਰੇਗਾ। ਅਸੀਂ ਇਸ ਸਥਿਤੀ ਦੇ ਵਿੱਚ ਕੁਝ ਕਨਕਲੂਡ ਨਹੀਂ ਕਰ ਸਕਦੇ ਇਸ ਡੈਲਟਾ f ਦੇ ਸਾਈਨ ਦੇ ਬਾਰੇ। ਇਹ ਨੈਗੇਟਿਵ ਹੋ ਸਕਦਾ ਹੈ ਇਹ ਪੋਜ਼ਿਟਿਵ ਹੋ ਸਕਦਾ ਹੈ। ਇਸ ਲਈ ਅਜਿਹੇ ਪੁਆਇੰਟਸ ਦਾ ਪਤਾ ਕਰਨ ਲਈ ਹੋਰ ਤਰੀਕੇ ਲੱਭਣੇ ਪੈਣਗੇ। ਲੋਕਲ ਐਕਸਟ੍ਰੀਮਾ ਪਤਾ ਕਰਨ ਲਈ ਹੁਣ ਵਰਕਿੰਗ ਰੂਲ ਕੀ ਹੋਵੇਗਾ? ਸਾਨੂੰ ਸਾਰੇ ਕ੍ਰਿਟੀਕਲ ਪੁਆਇੰਟਸ ਪਤਾ ਕਰਨੇ ਪੈਣਗੇ ਅਤੇ ਇਸ ਇਕੁਏਸ਼ਨ ਨੂੰ ਹੱਲ ਕਰਕੇ ਇਹ ਪੁਆਇੰਟਸ ਹਨ fx 0 ਦੇ ਇਕੁਅਲ ਹੈ ਅਤੇ fy 0 ਦੇ ਇਕੁਅਲ ਹੈ ਸਾਨੂੰ ਮਿਲੇਗਾ ਅਤੇ ਹਰੇਕ ਕ੍ਰਿਟੀਕਲ ਪੁਆਇੰਟ ਦੇ ਲਈ ਸਾਨੂੰ rs ਦਾ ਮੁਲਾਂਕਣ ਕਰਨਾ ਪਵੇਗਾ ਅਤੇ t ਸੈਕਿੰਡ ਆਰਡਰ ਡੈਰੀਵੇਟਿਵਜ਼ ਇਸ ਲਈ fxx fxy ਅਤੇ fyy ਇਸ ਲਈ ਹਰੇਕ ਕ੍ਰਿਟੀਕਲ ਪੁਆਇੰਟ ਤੇ ਅਸੀਂ ਇਹਨਾਂ ਸੈਕਿੰਡ ਆਰਡਰ ਡੈਰੀਵੇਟਿਵਜ਼ ਦਾ ਮੁਲਾਂਕਣ ਕਰਾਂਗੇ ਅਤੇ ਪਛਾਣ ਦੇ ਲਈ ਅਸੀਂ ਇਸ rt-s² ਦਾ ਉਪਯੋਗ ਕਰਾਂਗੇ ਜੇਕਰ ਇਹ ਪੋਜ਼ਿਟਿਵ ਹੈ ਅਤੇ r ਨੈਗੇਟਿਵ ਹੈ ਤਾਂ ਇਹ ਮੈਕਸਿਮਮ ਹੈ ਲੋਕਲ ਮੈਕਸਿਮਮ ਦਾ ਇੱਕ ਪੁਆਇੰਟ। ਜੇਕਰ rt-s² ਪੋਜ਼ਿਟਿਵ ਹੈ ਪਰ r ਪੋਜ਼ਿਟਿਵ ਹੈ ਤਾਂ ਸਾਡੇ ਕੋਲ ਮਿਨੀਮਮ ਹੈ ਇਹ ਲੋਕਲ ਮਿਨੀਮਮ ਪੁਆਇੰਟ ਹੈ ਅਤੇ rt-s² 0 ਤੋਂ ਘੱਟ ਹੈ ਤਾਂ ਫਿਰ ਇਹ ਸੈਡਲ ਪੁਆਇੰਟ ਹੈ।
ਅਤੇ ਜੇਕਰ ਇਹ rt-s² 0 ਹੈ ਤਾਂ ਟੈਸਟ ਅਸਫਲ ਹੁੰਦਾ ਹੈ। ਅਸੀਂ ਇਸ ਉਦਾਹਰਣ ਨੂੰ ਕੰਸੀਡਰ ਕਰਾਂਗੇ ਹੁਣ। ਇਹ ਡਿਸਕਸ ਕਰਨ ਦੇ ਲਈ ਕਿ ਇਸ ਦੇ ਸਾਰੇ ਕ੍ਰਿਟੀਕਲ ਪੁਆਇੰਟਸ ਕੀ ਹਨ ਅਤੇ ਲੋਕਲ ਮੈਕਸਿਮਮ ਮਿਨੀਮਮ ਅਤੇ ਸੈਡਲ ਪੁਆਇੰਟ ਦੀ ਨੇਚਰ ਪਤਾ ਕਰੋ। ਇਸ ਲਈ ਅਸੀਂ ਪਹਿਲਾਂ ਸਾਰੇ ਕ੍ਰਿਟੀਕਲ ਪੁਆਇੰਟ ਕੰਪਿਊਟ ਕਰਾਂਗੇ ਅਤੇ ਹਰੇਕ ਕ੍ਰਿਟੀਕਲ ਪੁਆਇੰਟ ਦੇ ਲਈ ਅਸੀਂ rt-s² ਟਰਮ ਪਤਾ ਕਰਾਂਗੇ ਤਾਂ ਜੋ ਉਹਨਾਂ ਕ੍ਰਿਟੀਕਲ ਪੁਆਇੰਟਸ ਦੇ ਬਿਹੇਵੀਅਰ ਤੇ ਚਰਚਾ ਕਰ ਸਕੀਏ। ਨੇਬਰਹੁੱਡ ਵਿੱਚ, ਇਸ ਲਈ ਇੱਥੇ ਸਾਡੇ ਕੋਲ ਕ੍ਰਿਟੀਕਲ ਪੁਆਇੰਟਸ ਹਨ। ਹੁਣ f(x) 0 ਦੇ ਇਕੁਅਲ ਹੈ ਅਤੇ fy 0 ਦੇ ਇਕੁਅਲ ਹੈ। ਇਸ ਲਈ ਸਾਨੂੰ ਕੀ ਮਿਲਦਾ ਹੈ? f(x) 0 ਦੇ ਇਕੁਅਲ ਹੈ। ਇਸ ਲਈ f(x) ਕੀ ਹੈ? f(x) ਹੈ 3x² - a 12 x। ਇਸ ਕੇਸ ਵਿੱਚ ਇਸ ਨੂੰ 0 ਤੇ ਸੈੱਟ ਕੀਤਾ ਜਾਵੇਗਾ ਅਤੇ ਇਹ fy ਹੋਵੇਗਾ -16y 0 ਦੇ ਇਕੁਅਲ ਹੈ। ਇਸ ਲਈ ਇੱਥੋਂ ਸਾਨੂੰ y 0 ਮਿਲੇਗਾ ਅਤੇ ਪਹਿਲੀ ਇਕੁਏਸ਼ਨ ਤੋਂ ਸਾਨੂੰ ਮਿਲੇਗਾ 3 ਟਾਈਮਸ x ਅਤੇ x - 4 ਇਸ ਲਈ 0 ਦੇ ਇਕੁਅਲ ਹੈ। ਇਸ ਲਈ ਸਾਨੂੰ x 0 ਦੇ ਇਕੁਅਲ ਮਿਲੇਗਾ ਅਤੇ ਪਹਿਲੀ ਇਕੁਏਸ਼ਨ ਤੋਂ 4, ਦੂਜੀ ਇਕੁਏਸ਼ਨ ਤੋਂ ਸਾਨੂੰ y 0 ਦੇ ਇਕੁਅਲ ਮਿਲੇਗਾ। ਇਸ ਲਈ ਸਾਡੇ ਕੋਲ ਪੁਆਇੰਟ 0 0 ਹੋਣਗੇ, ਸਾਡੇ ਕੋਲ ਪੁਆਇੰਟ 4 0 ਹੋਣਗੇ। ਇਸ ਲਈ ਹਰੇਕ ਕ੍ਰਿਟੀਕਲ ਪੁਆਇੰਟਸ ਨੂੰ ਨਿਸ਼ਚਿਤ ਕਰੋ। 0 0 ਅਤੇ 4 0 ਇਹ ਪ੍ਰੋਬਲਮ ਦੇ ਦੋ ਕ੍ਰਿਟੀਕਲ ਬਿੰਦੂ ਹਨ ਅਤੇ ਅਸੀਂ ਇਸ ਕੇਸ ਵਿੱਚ ਹੁਣ rt-s² ਦੇ ਬਿਹੇਵੀਅਰ ਨੂੰ ਕੰਪਿਊਟ ਕਰਾਂਗੇ। ਇਹਨਾਂ ਪੁਆਇੰਟਸ ਤੇ rt-s² ਦਾ ਸਾਈਨ। ਇਸ ਲਈ 0 0 ਪੁਆਇੰਟ ਤੇ ਇਹ ਸੈਕਿੰਡ ਡੈਰੀਵੇਟਿਵ ਜੋ ਅਸੀਂ ਇੱਥੇ ਕੰਪਿਊਟ ਕਰਨਾ ਹੈ। ਇਸ ਲਈ ਇਹ f(x) ਹੈ 3x² - 12x ਅਤੇ ਫਿਰ f(x)(x). ਇਸ ਲਈ f(x)(x) 6x - 12 ਹੋਵੇਗਾ ਅਤੇ ਇਹ f(x)(y) 0 ਹੋਵੇਗਾ ਕਿਉਂਕਿ ਇੱਥੇ y ਦੀ ਕੋਈ ਟਰਮ ਨਹੀਂ ਹੈ। ਇਸ ਲਈ f(x)(y) 0 ਹੋ ਜਾਵੇਗਾ ਅਤੇ ਇਹ fy - 16y ਸੀ। ਇਸ ਲਈ ਇਹ fyy - 16 ਹੋ ਜਾਵੇਗਾ। ਇਸ ਲਈ ਇਹਨਾਂ ਤਿੰਨਾਂ ਦੇ ਆਧਾਰ ਤੇ ਹੁਣ ਅਸੀਂ ਇਹਨਾਂ r ਨੂੰ ਕੰਪਿਊਟ ਕਰਾਂਗੇ। ਇਸ ਲਈ f(x)(x) 0 0 ਤੇ ਹੋਵੇਗਾ। ਇਸ ਲਈ -12 ਹੋਵੇਗਾ ਅਤੇ ਫਿਰ s 0 ਹੈ। ਇਸ ਲਈ ਇਹ 0 ਹੈ ਅਤੇ t ਇੱਥੇ ਇਹ t ਹੈ। ਇਸ ਲਈ t - 16 ਹੈ ਅਤੇ ਇਸ 4 0 ਪੁਆਇੰਟ ਤੇ ਇਸ ਲਈ r ਇੱਥੇ ਤਾਂ 6 ਗੁਣਾ 4 ਦੇ ਲਈ ਇਸ ਲਈ 24 - 12 ਇਸ ਲਈ ਇਹ 12 ਹੋਵੇਗਾ। s 0 ਹੋਵੇਗਾ ਅਤੇ fyy ਕੌਨਸਟੈਂਟ ਹੈ ਇੱਥੇ -16। ਜੇਕਰ rt-s² ਤਾਂ ਇਹਨਾਂ ਦੋ ਨੈਗੇਟਿਵ ਨੰਬਰ ਦਾ ਪ੍ਰੋਡਕਟ ਸਾਡੇ ਕੋਲ ਹੈ +192 ਅਤੇ ਇਸ ਕੇਸ ਵਿੱਚ ਸਾਡੇ ਕੋਲ ਹੈ -192। ਇੱਥੇ ਸਾਡੇ ਕੋਲ ਜਦੋਂ ਇਹ ਹੈ rt-s² ਪੋਜ਼ਿਟਿਵ ਅਤੇ r ਨੈਗੇਟਿਵ ਹੈ। ਇਸ ਲਈ ਇਹ ਪੁਆਇੰਟ ਆਫ ਲੋਕਲ ਮੈਕਸਿਮਮ ਹੈ। ਇਸ ਲਈ 0 0 ਪੁਆਇੰਟ ਆਫ ਲੋਕਲ ਮੈਕਸਿਮਮ ਹੈ ਅਤੇ ਇਸ ਕੇਸ ਵਿੱਚ ਇਹ rt-s² ਨੈਗੇਟਿਵ ਹੈ ਜੋ 0 ਤੋਂ ਘੱਟ ਹੈ। ਇਸ ਲਈ ਇਹ ਸੈਡਲ ਪੁਆਇੰਟ ਹੋਵੇਗਾ ਜਿਸ ਤੇ ਅਸੀਂ ਸਫੀਸ਼ੀਐਂਟ ਕੰਡੀਸ਼ਨਸ ਦੇ ਵਿੱਚ ਚਰਚਾ ਕੀਤੀ ਹੈ। ਇਸ ਲਈ ਕਨਕਲੂਜਨ ਇਹ ਨਿਕਲਦਾ ਹੈ ਕਿ ਅਜਿਹੀਆਂ ਕਿਹੜੀਆਂ ਜ਼ਰੂਰੀ ਕੰਡੀਸ਼ਨਸ ਹਨ ਜੋ ਕ੍ਰਿਟੀਕਲ ਪੁਆਇੰਟਸ ਜਾਣਨ ਦੇ ਲਈ ਜ਼ਰੂਰੀ ਹਨ ਕਿਉਂਕਿ ਇਹ ਕ੍ਰਿਟੀਕਲ ਪੁਆਇੰਟ ਲੋਕਲ ਮੈਕਸਿਮਮ ਅਤੇ ਮਿਨੀਮਮ ਦੇ ਲਈ ਕੈਂਡੀਡੇਟ ਹਨ। ਇਸ ਲਈ ਸਾਡੇ ਕੋਲ ਹੈ f(x) 0 ਦੇ ਇਕੁਅਲ ਹੈ ਅਤੇ fy 0 ਦੇ ਇਕੁਅਲ ਹੈ ਜੋ ਕਿ ਸਾਨੂੰ ਜ਼ਰੂਰੀ ਕੰਡੀਸ਼ਨ ਪ੍ਰਦਾਨ ਕਰੇਗਾ ਐਕਸਟ੍ਰੀਮਾ ਦੇ ਲਈ। ਇਸ ਲਈ ਇਹ ਪੁਆਇੰਟ ਕੈਂਡੀਡੇਟ ਹੋਣਗੇ ਜਿਸ ਦੀ ਅਸੀਂ ਬਿਹੇਵੀਅਰ ਦੇ ਲਈ ਫੰਕਸ਼ਨ ਦੇ ਲੋਕਲ ਵਿਵਹਾਰ ਬਿਹੇਵੀਅਰ ਉਸ ਪੁਆਇੰਟ ਤੇ ਪਤਾ ਕਰਨਾ ਹੈ। ਇਸ ਲਈ ਸਫੀਸ਼ੀਐਂਟ ਕੰਡੀਸ਼ਨਸ ਤੋਂ ਸਾਨੂੰ ਲੋਕਲ ਮੈਕਸਿਮਮ ਮਿਨੀਮਮ ਜਾਂ ਸੈਡਲ ਪੁਆਇੰਟ ਦੇ ਲਈ ਇਹਨਾਂ ਪੁਆਇੰਟਸ ਦੀ ਪਛਾਣ ਕਰਨ ਦੇ ਵਿੱਚ ਮਦਦ ਮਿਲਦੀ ਹੈ। ਇਸ ਲਈ ਉਸ ਕਾਰਨ ਸਾਨੂੰ rt-s² ਕੰਪਿਊਟ ਕਰਨਾ ਪਵੇਗਾ। ਜੇਕਰ ਇਹ ਪੋਜ਼ਿਟਿਵ ਹੈ ਅਤੇ r ਨੈਗੇਟਿਵ ਹੈ ਉਸ ਕੇਸ ਵਿੱਚ ਇਹ ਲੋਕਲ ਮੈਕਸਿਮਮ ਹੋ ਜਾਂਦਾ ਹੈ। ਜੇਕਰ ਇਹ rt-s² ਪੋਜ਼ਿਟਿਵ ਹੈ ਅਤੇ r ਵੀ ਪੋਜ਼ਿਟਿਵ ਹੈ ਇਸ ਲਈ ਅਜਿਹਾ ਪੁਆਇੰਟ ਆਫ ਲੋਕਲ ਮਿਨੀਮਮ ਹੋਵੇਗਾ। ਜੇਕਰ rt-s² 0 ਤੋਂ ਘੱਟ ਹੈ ਤਾਂ ਫਿਰ ਇਹ ਸੈਡਲ ਪੁਆਇੰਟ ਹੋਵੇਗਾ। ਇਸ ਲਈ ਇਹ ਪੁਆਇੰਟ ਆਫ ਮੈਕਸਿਮਮ ਨਹੀਂ ਹੈ, ਇਹ ਪੁਆਇੰਟ ਆਫ ਮਿਨੀਮਮ ਨਹੀਂ ਹੈ ਅਤੇ ਇਹ ਇੱਕ ਸੈਡਲ ਪੁਆਇੰਟ ਹੈ ਉਸ ਪਰਿਭਾਸ਼ਾ ਦੇ ਅਨੁਸਾਰ ਜਿਸ ਦੀ ਅਸੀਂ ਵਰਤੋਂ ਕਰਦੇ ਹਾਂ ਅਤੇ ਇੱਥੇ rt-s² 0 ਹੋਵੇਗਾ। ਉਸ ਕੇਸ ਵਿੱਚ ਅਸੀਂ ਇਸ ਪੁਆਇੰਟ ਦੇ ਬਿਹੇਵੀਅਰ ਦੀ ਪਛਾਣ ਨਹੀਂ ਸਕਦੇ ਹਾਂ
ਅਤੇ ਫਿਰ ਇਹ ਟੈਸਟ ਘੱਟੋ ਘੱਟ ਸੈਕਿੰਡ ਆਰਡਰ ਟੈਸਟ ਅਸਫਲ ਹੁੰਦਾ ਹੈ ਅਤੇ ਅਸੀਂ ਕੁਝ ਹੋਰ ਤਰੀਕੇ ਪਤਾ ਕਰਨੇ ਹਨ ਜਾਂ ਤੇ ਹਾਇਰ ਆਰਡਰ ਟਰਮਜ਼ ਦਾ ਪਤਾ ਕਰਨਾ ਹੈ ਜਾਂ ਸਾਨੂੰ ਸਿੱਧਾ ਦੇਖਣਾ ਪਵੇਗਾ ਕਿ ਉਸ ਪੁਆਇੰਟ ਤੇ ਇਸ ਫੰਕਸ਼ਨ ਦਾ ਬਿਹੇਵੀਅਰ ਕੀ ਹੈ, ਲੇਕਿਨ ਖਾਸ ਤੌਰ ਤੇ ਇਸ ਦਾ ਪਤਾ ਲਗਾਉਣਾ ਜ਼ਰੂਰੀ ਹੈ। ਇਹ ਉਹ ਹਵਾਲੇ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਇਹਨਾਂ ਲੈਕਚਰਾਂ ਨੂੰ ਤਿਆਰ ਕਰਨ ਲਈ ਕੀਤੀ ਹੈ। ਅਤੇ ਅਗਲੇ ਲੈਕਚਰ ਦੇ ਵਿੱਚ ਹੁਣ ਅਸੀਂ ਅਜਿਹੇ ਹੋਰ ਉਦਾਹਰਣ ਦੇਖਾਂਗੇ ਤਾਂ ਜੋ ਲੋਕਲ ਮੈਕਸਿਮਾ ਮਿਨੀਮਾ ਅਤੇ ਸੈਡਲ ਪੁਆਇੰਟ ਦਾ ਲੋਕਲ ਅਤੇ ਬਿਹੇਵੀਅਰ ਪਤਾ ਕਰ ਸਕੀਏ। ਇਸ ਲਈ ਲੈਕਚਰ ਨੂੰ ਧਿਆਨ ਨਾਲ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।